Hello everyone, welcome to Victor's Knowledge. This is Chinu Sharma, and today we are going to take up another important lecture in the form of MCQs on international organizations. So, first question is which organ of the United Nations has ceased to be operational? United Nation ਸਭ ਤੋਂ important international organization ਹੈ। ਸਭ ਤੋਂ ਪਹਿਲੀ ਚੀਜ਼ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਟੋਟਲ ਮੇਨ ਪ੍ਰਿੰਸੀਪਲ ਆਰਗਨ ਕਿੰਨੇ ਨੇ ਯੂਨਾਈਟਿਡ ਨੇਸ਼ਨ ਦੇ। ਸੋ ਟੋਟਲ 6 ਪ੍ਰਿੰਸੀਪਲ ਆਰਗਨਸ ਨੇ। ਇਹਨਾਂ ਦੇ ਵਿੱਚੋਂ ਇੱਕ ਇਹੋ ਜਿਹਾ ਆਰਗਨ ਹੈ ਜਿਹਦਾ ਹੁਣ ਕੰਮ ਖਤਮ ਹੋ ਚੁੱਕਿਆ ਹੈ। ਸੋ which has ceased to be operational, so ਜਿਹੜਾ ਹੁਣ ਕੰਮ ਨਹੀਂ ਕਰਦਾ ਉਹ ਹੈ ਆਪਸ਼ਨ ਸੀ ਟਰਸਟੀਸ਼ਿਪ ਕਾਉਂਸਲ। ਸੋ ਟਰਸਟੀਸ਼ਿਪ ਕਾਉਂਸਲ ਇੱਕ ਸਪੈਸੀਫਿਕ ਪਰਪਸ ਦੇ ਲਈ ਤਿਆਰ ਕੀਤਾ ਗਿਆ ਸੀ। ਜਦੋਂ ਉਹ ਪਰਪਸ ਫੁੱਲਫਿਲ ਹੋ ਗਿਆ ਉਸ ਤੋਂ ਬਾਅਦ ਇਹਨੂੰ ਖਤਮ ਕਰਤਾ। ਸੋ ਹੁਣ ਜੇ ਆਪਾਂ ਵੈਸੇ ਗੱਲ ਕਰੀਏ ਤਾਂ ਆਪਣੇ ਕੋਲ ਸਿਰਫ 5 ਹੀ ਆਰਗਨਸ ਨੇ। ਸੋ ਉਹ ਨੇ ਇੱਕ ਤਾਂ ਆਪਸ਼ਨ ਏ ਜਿਹਨੂੰ ਆਪਾਂ ਇਕੋਸੌਕ ਵੀ ਕਹਿੰਦੇ ਆ, ਇਕਨੋਮਿਕ ਐਂਡ ਸੋਸ਼ਲ ਕਾਉਂਸਲ, ਦੈਨ ICJ ਜਿਹੜੀ ਸਭ ਤੋਂ ਵੱਡੀ ਇੰਟਰਨੈਸ਼ਨਲ ਕੋਰਟ ਹੈ ਆਪਣੀ ਹੇਗ ਨੀਦਰਲੈਂਡ ਦੇ ਵਿੱਚ, ਦੈਨ ਦੇਅਰ ਇਜ਼ ਸੈਕਟਰੀਏਟ। ਹੋਰ ਬਹੁਤ ਇੰਪੋਰਟੈਂਟ ਇੱਕ ਆਰਗੇਨਾਈਜੇਸ਼ਨ ਹੈ ਜਿਹਦਾ ਨਾਮ ਹੈ ਜਨਰਲ ਅਸੈਂਬਲੀ। ਸੋ ਯੂਨਾਈਟਿਡ ਨੇਸ਼ਨ ਦੀ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਜਿਹੜੀ ਇੱਕ ਸਭ ਤੋਂ ਇੰਪੋਰਟੈਂਟ ਪ੍ਰਿੰਸੀਪਲ ਆਰਗਨ ਆਉਂਦਾ ਹੈ, ਆਰਗੇਨਾਈਜੇਸ਼ਨ ਆਉਂਦੀ ਹੈ, ਉਹ ਹੈ ਜਨਰਲ ਅਸੈਂਬਲੀ। ਤੇ ਇਸ ਤੋਂ ਬਾਅਦ ਇੱਕ ਹੋਰ ਇੰਪੋਰਟੈਂਟ ਹੈ UN ਸਿਕਿਉਰਿਟੀ ਕਾਉਂਸਲ। ਸੋ ਇਹ ਤੁਸੀਂ 5 ਨਾਮ ਯਾਦ ਰੱਖਣੇ ਆ, ਜਨਰਲ ਅਸੈਂਬਲੀ, ਸਿਕਿਉਰਿਟੀ, ਦੈਨ ਇਕੋਸੌਕ, ICJ, ਸੈਕਟਰੀਏਟ। ਤੇ ਜਿਹਦਾ ਹੁਣ ਕੰਮ ਖਤਮ ਹੋ ਚੁੱਕਿਆ ਉਹ ਆਰਗਨ ਹੈ ਆਪਸ਼ਨ ਸੀ। Next is United Nation is considered as a universal organization. ਸੋ ਇਹ ਪੂਰੀ ਦੁਨੀਆ ਨੂੰ ਚਲਾ ਰਹੀ ਹੈ, ਇਹਨੂੰ ਯੂਨੀਵਰਸਲ ਆਰਗੇਨਾਈਜੇਸ਼ਨ ਕਹਿੰਦੇ ਆ। ਕਿਹੜਾ ਇਹੋ ਜਿਹਾ ਆਰਗਨ ਹੈ ਜਿਹੜਾ ਇਸ ਸਟੇਟਮੈਂਟ ਨੂੰ ਪੂਰੀ ਤਰ੍ਹਾਂ ਰੈਪਰੈਜ਼ੈਂਟ ਕਰਦਾ? ਸੋ ਇਹਨਾਂ ਚਾਰਾਂ ਦੇ ਵਿੱਚੋਂ ਆਪਸ਼ਨ ਡੀ ਰਾਈਟ ਆਨਸਰ ਹੈ, ਕਿਉਂਕਿ ਜਿਹੜੀ ਜਨਰਲ ਅਸੈਂਬਲੀ ਹੈ ਉਹ ਵੀ ਯੂਨੀਵਰਸਲ ਨੇਚਰ ਦੀ ਹੈ। ਨੈਕਸਟ ਇਜ਼ the member countries of NAFTA are. ਸੋ NAFTA ਦੀ ਮੈਂਬਰ ਕੰਟਰੀਜ਼ ਨੇ ਆਪਸ਼ਨ ਬੀ USA, ਕੈਨੇਡਾ, ਮੈਕਸੀਕੋ। ਐਗਜ਼ਾਮ ਦੇ ਲਈ ਨਾਫਟਾ ਦੀ ਫੁੱਲ ਫਾਰਮ ਵੀ ਬਹੁਤ ਇੰਪੋਰਟੈਂਟ ਹੈ। ਸੋ ਨਾਫਟਾ ਸਟੈਂਡਸ ਫॉर ਨਾਰਥ ਅਮਰੀਕਨ ਫ੍ਰੀ ਟ੍ਰੇਡ ਅਗਰੀਮੈਂਟ। ਬੇਸਿਕਲੀ 1994 ਤੋਂ ਇਹ ਇੰਪਲੀਮੈਂਟ ਕਰਵਾਇਆ ਗਿਆ ਸੀ। ਜਿਹੜੀਆਂ ਇਹ 3 ਮੈਂਬਰ ਕੰਟਰੀਜ਼ ਨੇ, ਨਾਫਟਾ ਦਾ ਕੀ ਕੰਮ ਹੈ ਕਿ ਇਹਨਾਂ ਦੇ ਵਿੱਚ ਆਪਸ ਜੋ ਵੀ ਟ੍ਰੇਡ ਹੁੰਦਾ ਹੈ, ਇੰਪੋਰਟ ਐਕਸਪੋਰਟ ਹੁੰਦੇ ਨੇ, ਉਹਨਾਂ ਉੱਤੇ ਟੈਰਿਫ ਨੂੰ ਐਲੀਮੀਨੇਟ ਕਰਨਾ, ਰਿਡਿਊਸ ਕਰਨਾ, ਘਟਾਉਣਾ ਟੈਕਸ ਨੂੰ। ਸੋ ਉਸ ਚੀਜ਼ ਦੇ ਲਈ ਇਹ ਆਰਗੇਨਾਈਜੇਸ਼ਨ ਤਿਆਰ ਕੀਤੀ ਹੈ। Next is India was elected as a president of General Assembly of United Nations in 1953. So India ਦੇ behalf ਤੇ ਇਸ ਪੋਜੀਸ਼ਨ ਨੂੰ, ਆਫਿਸ ਨੂੰ ਕਿਹਨੇ ਆਕੂਪਾਈ ਕੀਤਾ ਸੀ? ਸੋ ਜਦੋਂ ਇੰਡੀਆ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਦੀ ਪ੍ਰੈਜ਼ੀਡੈਂਟ ਦੀ ਚੇਅਰ ਤੇ ਆਇਆ ਸੀ 1953 ਵਿੱਚ, ਤਾਂ ਉਸ ਟਾਈਮ ਆਫਿਸ ਸੰਭਾਲਿਆ ਸੀ ਆਪਸ਼ਨ ਡੀ ਵਿਜੇ ਲక్ష్ਮੀ ਪੰਡਿਤ ਨੇ। Next is United Nations adopted Charter of Economic Rights. So Economic Rights ਦਾ ਚਾਰਟਰ ਅਡਾਪਟ ਕੀਤਾ ਆਪਸ਼ਨ ਬੀ 1974। Next is Indian Red Cross Society ਕਿਹੜੇ ਸਾਲ ਦੇ ਵਿੱਚ ਇਸਟੈਬਲਿਸ਼ ਕੀਤੀ ਗਈ? very important year. The answer is option B 1920. Next is SAARC was founded in. SAARC ਕਿੱਥੇ ਫਾਊਂਡ ਕੀਤੀ ਗਈ ਸੀ? very important organization, ਕਿਉਂਕਿ ਜਦੋਂ ਵੀ ਤੁਸੀਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦਾ ਟੌਪਿਕ ਤਿਆਰ ਕਰਨਾ ਹੈ ਤਾਂ ਤੁਸੀਂ ਮੇਨ ਫੋਕਸ ਰੱਖਣਾ ਹੈ ਵੀ ਤੁਹਾਨੂੰ ਉਹ ਆਰਗੇਨਾਈਜੇਸ਼ਨਸ ਦੇ ਫੈਕਟਸ ਪਤਾ ਹੋਣੇ ਚਾਹੀਦੇ ਨੇ, ਹੈੱਡਕੁਆਰਟਰ, ਈਅਰ ਆਫ ਐਸਟੈਬਲਿਸ਼ਮੈਂਟ, ਜਿਹੜੀਆਂ ਕਰੰਟ ਅਫੇਅਰ ਦੇ ਵਿੱਚ ਰਹੀਆਂ ਨੇ। ਸੋ ਕਰੰਟ ਅਫੇਅਰ ਦੇ ਨਾਲ ਤੁਸੀਂ ਰਿਲੇਟ ਕਰਕੇ ਹੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੂੰ ਪੜ੍ਹਨਾ ਹੈ। ਸਾਰਕ ਫਾਊਂਡ ਹੋਈ ਸੀ ਆਪਸ਼ਨ ਸੀ ਢਾਕਾ। ਤੇ ਐਗਜ਼ਾਮ ਦੇ ਲਈ ਇਹਦੀ ਫੁੱਲ ਫਾਰਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਸਾਰਕ ਸਟੈਂਡਸ ਫॉर ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ। ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਇੱਕ ਸਿੱਧਾ ਸਿੰਪਲ ਜਿਹਾ ਕੁਐਸਚਨ ਆਉਂਦਾ ਹੈ ਵੀ ਸਾਰਕ ਦਾ ਏਮ ਕੀ ਹੈ, ਇਹ ਕਾਹਦੇ ਲਈ ਤਿਆਰ ਕੀਤੀ ਗਈ? ਸੋ ਉੱਥੇ ਤੁਸੀਂ ਆਨਸਰ ਕਰਨਾ ਹੈ ਰੀਜਨਲ ਕੋਆਪਰੇਸ਼ਨ। ਨੈਕਸਟ ਹੈ G15। G15 ਨੂੰ ਲੈ ਕੇ ਇੱਕ ਬਹੁਤ ਇੰਪੋਰਟੈਂਟ ਫੈਕਟ ਦਿਮਾਗ 'ਚ ਰੱਖਣਾ ਹੈ। ਜਿਹੜੀ ਮੈਂਬਰ ਨੇ G50 ਦੇ, ਇੱਕ ਤਾਂ ਇਸ ਕੁਐਸਚਨ ਦਾ ਆਨਸਰ ਹੈ ਆਪਸ਼ਨ ਏ ਡੈਵਲਪਿੰਗ ਕੰਟਰੀਜ਼। G15 ਡੈਵਲਪਿੰਗ ਕੰਟਰੀਜ਼ ਦਾ ਗਰੁੱਪ ਹੈ। ਇਸ ਟਾਈਮ ਕੁੱਲ ਇਹਦੇ ਅੰਦਰ 18 ਮੈਂਬਰਸ ਨੇ
पर ਇਹਦਾ ਜਿਹੜਾ ਨਾਮ ਹੈ ਉਹ 15 ਹੀ ਹੈ। ਸੋ G15 ਇਹਦਾ ਨੇਮ ਹੈ, ਪਰ ਇਹਦੇ ਅੰਦਰ ਨੰਬਰ ਆਫ ਕੰਟਰੀਜ਼ ਜਿਹੜੀਆਂ ਮੈਂਬਰ ਨੇ ਉਹ ਨੇ 18। ਸੋ ਇਹ ਤੁਸੀਂ ਧਿਆਨ ਰੱਖਣਾ ਹੈ ਵੀ ਉੱਥੇ ਤੁਸੀਂ ਕਨਫਿਊਜ਼ ਹੋ ਕੇ ਆਪਸ਼ਨ ਦੇ ਵਿੱਚੋਂ ਤੁਸੀਂ G18 ਟਿਕ ਨਹੀਂ ਕਰਨਾ, G15 ਹੀ ਹੈ। ਜਾਂ ਫਿਰ ਤੁਹਾਨੂੰ ਅਦਰਵਾਈਜ਼ ਕੁਐਸਚਨ ਆ ਸਕਦਾ ਹੈ ਵੀ ਕਿਹੜੀਆਂ ਕੰਟਰੀਜ਼ ਨੇ ਜਿਹੜੀਆਂ ਨਵੀਆਂ ਐਡ ਕੀਤੀਆਂ ਨੇ ਐਕਸਪੈਂਡ ਕਰਨ ਦੇ ਲਈ। ਸੋ ਤੁਸੀਂ ਦੇਖਣਾ ਕੰਟੀਨੈਂਟ ਵਾਈਜ਼ ਕੰਟਰੀਜ਼ ਵੀ ਅਫਰੀਕਨ ਕੰਟਰੀਜ਼ ਕਿਹੜੀਆਂ ਨੇ, ਏਸ਼ੀਅਨ ਕੰਟਰੀਜ਼ ਕਿਹੜੀਆਂ ਨੇ, ਲੈਟਿਨ ਅਮਰੀਕਨ ਕੰਟਰੀਜ਼ ਕਿਹੜੀਆਂ ਨੇ। ਸੋ ਅਫਰੀਕਨ ਕੰਟਰੀਜ਼ ਨੇ ਅਲਜੀਰੀਆ, ਇਜਿਪਟ, ਕੀਨੀਆ, ਨਾਈਜੀਰੀਆ, ਸੈਨੇਗਲ ਐਂਡ ਜ਼ਿੰਬਾਬਵੇ। ਸੋ ਇਹ ਨੇ ਆਪਣੇ ਕੋਲ G15 ਦਾ ਜਿਹੜੇ ਹਿੱਸਾ ਨੇ 6 ਕੰਟਰੀਜ਼ ਅਫਰੀਕਨ। ਉਸ ਤੋਂ ਬਾਅਦ ਏਸ਼ੀਅਨ ਕੰਟਰੀਜ਼ ਦੇ ਵਿੱਚੋਂ ਵੈਰੀ ਇੰਪੋਰਟੈਂਟ ਇੰਡੀਆ। ਸੋ ਇਹ ਵੀ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਇੰਡੀਆ G15 ਦਾ ਪਾਰਟ ਹੈ ਜਾਂ ਨਹੀਂ। ਸੋ ਇੰਡੀਆ, ਇੰਡੋਨੇਸ਼ੀਆ, ਈਰਾਨ, ਮਲੇਸ਼ੀਆ, then we have Sri Lanka। ਸੋ ਇਹ 5 ਕੰਟਰੀਜ਼ ਨੇ ਏਸ਼ੀਅਨ। ਬਾਕੀ ਜਿੰਨੀਆਂ ਕੰਟਰੀਜ਼ ਬਚੀਆਂ ਨੇ ਉਹ ਸਾਰੀਆਂ ਨੇ 7 ਕੰਟਰੀਜ਼ ਲੈਟਿਨ ਅਮਰੀਕਾ। Next is which of the following country is not a member of G7? So group of 7 ਦਾ ਜਿਹੜੀ ਕੰਟਰੀ ਹਿੱਸਾ ਨਹੀਂ ਹੈ ਉਹ ਹੈ ਆਪਸ਼ਨ B ਰਸ਼ੀਆ। ਸੋ ਹੁਣ ਆਪਾਂ ਦੇਖ ਲੈਂਦੇ ਹਾਂ ਕਿ ਇਹਦੇ ਅੰਦਰ ਕਿਹੜੀਆਂ ਕੰਟਰੀਜ਼ ਨੇ। ਸੋ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, UK ਐਂਡ US। ਸੋ ਇਹ ਨੇ 7 ਗਰੁੱਪ ਆਫ 7 ਕੰਟਰੀਜ਼ G7। ਨੈਕਸਟ ਆਪਾਂ ਨੇ ਦੱਸਣਾ ਵੀ ਇਹਨਾਂ ਚਾਰਾਂ ਆਪਸ਼ਨਸ ਦੇ ਵਿੱਚੋਂ ਯੂਨਾਈਟਿਡ ਨੇਸ਼ਨ ਦੀ ਏਜੰਸੀ ਕਿਹੜੀ ਨਹੀਂ ਹੈ। ਸੋ ਕਿਹੜੀ ਆਰਗੇਨਾਈਜੇਸ਼ਨ ਹੈ ਜਿਹੜੀ UN ਦੇ ਅੰਦਰ ਨਹੀਂ ਆਉਂਦੀ। ਸੋ ਉਹ ਹੈ ਆਪਸ਼ਨ C ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ। ਨੈਕਸਟ ਇਜ਼ ਸਾਰਕ ਆਰਗੇਨਾਈਜੇਸ਼ਨ ਦੀ ਕਿਹੜੀ ਮੈਂਬਰ ਕੰਟਰੀ ਨਹੀਂ ਹੈ। ਸੋ ਜਿਹੜੀ ਕੰਟਰੀ ਸਾਰਕ ਵਿੱਚ ਨਹੀਂ ਹੈ ਉਹ ਹੈ ਆਪਸ਼ਨ B ਮਿਆਂਮਾਰ। ਸੋ ਹੁਣ ਆਪਾਂ ਦੇਖ ਲੈਂਦੇ ਹਾਂ ਵੀ ਕਿਹੜੇ ਰੀਜਨ ਨੇ ਕੰਟਰੀਜ਼ ਦੇ ਜਿਹੜੇ ਸਾਰਕ ਦੇ ਅੰਦਰ ਨੇ। ਸੋ ਇੱਕ ਹੈ ਅਫਗਾਨਿਸਤਾਨ, ਬਾਂਗਲਾਦੇਸ਼, ਭੂਟਾਨ, ਇੰਡੀਆ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ ਐਂਡ ਮਾਲਦੀਵਸ। ਸੋ ਇਹ ਤੁਸੀਂ ਨਾਮ ਜਿੰਨੀਆਂ ਵੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੀਆਂ ਮੈਂਬਰ ਕੰਟਰੀਜ਼ ਨੇ ਉਹਨਾਂ ਦੇ ਐਜ਼ ਇਟ ਇਜ਼ ਯਾਦ ਰੱਖਣੇ ਹੈ, ਕਿਉਂਕਿ ਇਹਨਾਂ ਦੇ ਵਿੱਚੋਂ ਮੇਨ ਕੁਐਸਚਨ ਇਹ ਬਣਦਾ ਵੀ ਕਿਹੜੀ ਮੈਂਬਰ ਕੰਟਰੀ ਹੈਗੀ ਹੈ ਕਿਹੜੀ ਨਹੀਂ ਹੈ, ਜਾਂ ਕਿਹਨੂੰ ਕੱਢਤਾ, ਕਿਹੜੀ ਨਵੀਂ ਐਡ ਹੋਏ ਨੇ। ਸੋ ਇਹੀ ਸਭ ਤੋਂ ਇੰਪੋਰਟੈਂਟ ਕੁਐਸਚਨ ਬਣਦੇ ਨੇ। Next is where was the first ever Security Council Summit meeting held in early 1992? ਸਭ ਤੋਂ ਪਹਿਲਾਂ ਜਿਹੜੀ UN Security Council Summit ਦੀ ਮੀਟਿੰਗ ਹੋਈ ਸੀ ਆਪਸ਼ਨ A ਨਿਊਯਾਰਕ ਵਿੱਚ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੇ ਹੈੱਡਕੁਆਰਟਰਸ ਕਿੱਥੇ ਹੈ। ਸੋ ਇਹਦੇ ਹੈੱਡਕੁਆਰਟਰਸ ਹੈ ILO ਦੇ ਆਪਸ਼ਨ D ਜਿਨੀਵਾ। ਨੈਕਸਟ ਇਜ਼ ਇਹਨਾਂ ਚਾਰਾਂ ਦੇ ਵਿੱਚੋਂ ਮਿਲਟਰੀ ਅਲਾਇੰਸ ਕਿਹੜਾ ਹੈ। ਸੋ ਇਹ ਕੁਐਸਚਨ ਬਾਰ-ਬਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ। ਸੋ ਦ ਮਿਲਟਰੀ ਅਲਾਇੰਸ ਇਜ਼ ਆਪਸ਼ਨ A ਨਾਟੋ। ਨਾਟੋ ਦੀ ਫੁੱਲ ਫਾਰਮ ਬਹੁਤ ਇੰਪੋਰਟੈਂਟ ਹੈ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਇਹਨੂੰ ਆਪਾਂ ਨਾਰਥ ਐਟਲਾਂਟਿਕ ਅਲਾਇੰਸ ਵੀ ਕਹਿੰਦੇ ਆ। ਇਹਦੇ ਅੰਦਰ 28 ਯੂਰੋਪੀਅਨ ਕੰਟਰੀਜ਼ ਨੇ ਤੇ 2 ਨਾਰਥ ਅਮਰੀਕਨ ਕੰਟਰੀਜ਼ ਨੇ। ਸੋ ਟੋਟਲ 30 ਤੁਸੀਂ ਯਾਦ ਰੱਖਣਾ ਹੈ। ਤੇ ਇਹਦੀ ਜਿਹੜੀ ਆਰਗੇਨਾਈਜੇਸ਼ਨ ਨੂੰ ਤਿਆਰ ਕਰਨ ਦੇ ਲਈ ਟ੍ਰੀਟੀ ਸੀ ਨਾਟੋ ਦੀ ਨਾਰਥ ਐਟਲਾਂਟਿਕ ਟ੍ਰੀਟੀ, ਉਹ ਕਦੋਂ ਸਾਈਨ ਕੀਤੀ ਗਈ ਸੀ, ਡੇਟ ਬਹੁਤ ਇੰਪੋਰਟੈਂਟ ਹੈ। ਸੋ ਉਹ ਕੀਤੀ ਗਈ ਸੀ 4 ਅਪ੍ਰੈਲ 1949 ਨੂੰ। ਨੈਕਸਟ ਇਜ਼ ਇੰਟਰਪੋਲ। ਇੰਟਰਪੋਲ ਕਿਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਹੈ। ਸੋ ਇਹ ਇੱਕ ਆਪਸ਼ਨ B ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਆਰਗੇਨਾਈਜੇਸ਼ਨ ਹੈ। ਨੈਕਸਟ ਪਹਿਲੇ ਭਾਰਤੀ ਕੌਣ ਸੀ ਜਿਨ੍ਹਾਂ ਨੇ ਹਿੰਦੀ ਦੇ ਵਿੱਚ ਸਪੀਚ ਦਿੱਤੀ ਸੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਵਿੱਚ। ਵੈਰੀ ਇੰਪੋਰਟੈਂਟ ਕੁਐਸਚਨ। ਸੋ ਉਹ ਸੀ ਅਟਲ ਬਿਹਾਰੀ ਵਾਜਪਾਈ ਜੀ ਆਪਸ਼ਨ B। ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੇ ਹੈੱਡਕੁਆਰਟਰਸ ਕਿੱਥੇ ਹੈ। ਸੋ ਇਹਦੇ ਹੈੱਡਕੁਆਰਟਰਸ ਨੇ ਆਪਸ਼ਨ A ਵੀਨਾ।
Next is ICJ, International Court of Justice ਦੇ headquarters ਕਿੱਥੇ ਹੈ? So this is located at option B, Hague, Netherlands. So ਕਈ ਵਾਰੀ exam ਦੇ ਵਿੱਚ countries ਹੁੰਦੀਆਂ ਨੇ ਤਾਂ ਉੱਥੇ ਤੁਹਾਡੇ ਕੋਲ Hague option ਨਹੀਂ ਹੋਊਗੀ, Netherlands ਲਿਖਿਆ ਹੋ। Next step, which of the following international organization has started the scheme Partnership for Peace for a Group of Nations? So ਇੱਕ ਸ਼ਾਂਤੀ ਬਣਾਈ ਰੱਖਣ ਦੇ ਲਈ ਇੱਕ ਸਕੀਮ ਲਾਂਚ ਕੀਤੀ ਹੈ, ਇਹ ਕੀਤੀ ਸੀ ਆਪਸ਼ਨ ਸੀ ਨਾਟੋ ਨੇ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਤੇ ਬਾਕੀ ਜਿਹੜੀਆਂ ਆਪਸ਼ਨਸ ਦੇ ਵਿੱਚ ਤੁਹਾਨੂੰ ਆਰਗੇਨਾਈਜੇਸ਼ਨ ਤੇ ਇਹਨਾਂ ਦੀ ਫੁੱਲ ਫਾਰਮ ਲਿਖੀਆਂ ਹੋਈਆਂ ਨੇ, ਐਗਜ਼ਾਮ ਦੇ ਲਈ ਤੁਸੀਂ ਇਹਨਾਂ ਫੁੱਲ ਫਾਰਮਸ ਨੂੰ ਵੀ ਤਿਆਰ ਕਰਕੇ ਜਾਣਾ। ਨੈਕਸਟ ਹੈ ਇਹਨਾਂ ਚਾਰਾਂ ਦੇ ਵਿੱਚੋਂ ਕਲਚਰਲ ਆਰਗੇਨਾਈਜੇਸ਼ਨ ਕਿਹੜੀ ਹੈ? ਸੋ ਉਹ ਹੈ ਆਪਸ਼ਨ ਏ ਯੂਨੈਸਕੋ। ਇਹਦੀ ਫੁੱਲ ਫਾਰਮ ਕੀ ਹੈ? United Nation Educational, Scientific and Cultural Organization. So next come very important and most repetitive question in all exam from international organization. So a question है कि United Nations Security Council ਦੇ 5 permanent member countries ਕਿਹੜੀਆਂ ਨੇ? So ਇਹਦਾ right answer ਹੈ option D, China, France, USSR, UK and USA. ਤੇ ਅੱਜ ਦਾ ਆਪਣਾ last important question ਹੈ, ਇਹਨਾਂ ਚਾਰਾਂ ਦੇ ਵਿੱਚੋਂ ਡਿਸਆਰਮਾਮੈਂਟ ਦੇ ਨਾਲ ਰਿਲੇਟਡ ਕਿਹੜੀ ਆਰਗੇਨਾਈਜੇਸ਼ਨ ਨਹੀਂ ਹੈ? ਸੋ ਇਹ ਆਪਾਂ ਆਲਰੇਡੀ ਪਿੱਛੇ ਦੇਖ ਚੁੱਕੇ ਹਾਂ। ਦਾ ਆਨਸਰ ਇਜ਼ ਨਾਟੋ, ਕਿਉਂਕਿ ਨਾਟੋ ਇੱਕ ਮਿਲਿਟਰੀ ਅਲਾਈਅੰਸ ਹੈ ਡਾਇਰੈਕਟਲੀ, ਡਿਸਆਰਮਾਮੈਂਟ ਦੇ ਨਾਲ ਇਹਦਾ ਐਜ਼ ਸੱਚ ਕੋਈ ਰਿਲੇਸ਼ਨ ਨਹੀਂ ਹੈ। ਸੋ ਇਹ ਬਾਕੀ ਜਿਹੜੀਆਂ ਤਿੰਨੋਂ ਆਰਗੇਨਾਈਜੇਸ਼ਨ ਨੇ, ਇਹ ਤਿੰਨੋਂ ਹੀ ਡਾਇਰੈਕਟਲੀ ਇਨਡਾਇਰੈਕਟਲੀ ਡਿਸਆਰਮਾਮੈਂਟ ਨਾਲ ਰਿਲੇਟਡ ਹੈ। ਸੋ ਜਿਵੇਂ ਪਹਿਲੀ ਹੈ ਸੌਲਟ, ਸੌਲਟ ਦੀ ਫੁੱਲ ਫਾਰਮ ਕੀ ਹੈ? ਸਟ੍ਰੈਟੇਜਿਕ ਆਰਮਸ ਲਿਮਿਟੇਸ਼ਨ ਟਾਕ। ਸੋ ਜਿਹੜੀ ਟਾਕ ਹੋਈ ਸੀ, ਨੈਗੋਸੀਏਸ਼ਨ ਹੋਈ ਸੀ, ਇਹ ਹੋਈ ਸੀ US ਤੇ ਸੋਵੀਅਤ ਯੂਨੀਅਨ ਦੇ ਵਿਚਾਲੇ। ਉਹਨਾਂ ਨੇ ਆਪਸ ਵਿੱਚ ਮਿਲ ਕੇ ਇਹ ਡਿਸਾਈਡ ਕੀਤਾ ਵੀ ਜਿੰਨੇ ਵੀ ਕੋਈ ਸਟ੍ਰੈਟੇਜਿਕ ਮਿਸਾਈਲ ਵਗੈਰਾ ਨੇ, ਜਿਨ੍ਹਾਂ ਦੇ ਅੰਦਰ ਨਿਊਕਲੀਅਰ ਵੈਪਨ ਨੂੰ ਕੈਰੀ ਕਰਨ ਦੀ ਕਪੈਸਿਟੀ ਹੈ, ਆਪਾਂ ਨੇ ਉਹਨਾਂ ਦੀ ਮੈਨੂਫੈਕਚਰਿੰਗ ਨੂੰ ਘਟਾਉਣਾ ਹੈ, ਕਰਟੇਲ ਕਰਨਾ ਹੈ। ਸੋ ਇਹ ਹੋ ਗਈ ਸੌਲਟ। ਦੂਜੀ ਹੈ NPT, ਟ੍ਰੀਟੀ ਔਨ ਨॉन ਪ੍ਰੋਲੀਫਰੇਸ਼ਨ ਆਫ ਨਿਊਕਲੀਅਰ ਵੈਪਨ। ਸੋ ਇਹਦੇ ਅੰਦਰ ਵੀ ਇਹੀ ਕਿਹਾ ਗਿਆ ਕਿ ਨਿਊਕਲੀਅਰ ਵੈਪਨ ਟੈਕਨੋਲੋਜੀ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਸਿਰਫ ਜਿੱਥੇ ਜ਼ਰੂਰਤ ਹੈ ਪੀਸਫੁਲ ਪਰਪਸ ਦੇ ਲਈ ਆਪਾਂ ਨੇ ਨਿਊਕਲੀਅਰ એનર્ਜੀ ਨੂੰ ਵਰਤਣਾ ਹੈ। ਬਾਕੀ ਹੋਰ ਕਿਸੇ ਚੀਜ਼ ਦੇ ਲਈ, ਕੋਈ ਆਪਾਂ ਨੇ ਲੜਾਈ ਦੇ ਲਈ ਕਿਸੇ ਵੀ ਨਿਊਕਲੀਅਰ ਵੈਪਨ ਦੀ ਵਰਤੋਂ ਨਹੀਂ ਕਰਨੀ, ਇਸ ਚੀਜ਼ ਨੂੰ ਪ੍ਰੀਵੈਂਟ ਕਰਨਾ ਹੈ। ਤੇ ਲਾਸਟ ਵਿੱਚ ਆਉਂਦੀ ਹੈ CTBT, ਵੈਰੀ ਇੰਪੋਰਟੈਂਟ। ਇਹਦੀ ਫੁੱਲ ਫਾਰਮ ਹੈ ਕੰਪਰੀਹੈਂਸਿਵ ਟੈਸਟ ਬੈਨ ਟ੍ਰੀਟੀ। ਸੋ CTBT ਕਹਿੰਦੀ ਹੈ ਵੀ ਕਿਤੇ ਵੀ ਜੇ ਤੁਸੀਂ ਨਿਊਕਲੀਅਰ ਵੈਪਨ ਦੀ ਟੈਸਟ ਕਰ ਰਹੇ ਹੋ, ਐਕਸਪਲੋਜਨ ਹੋ ਰਹੀ ਹੈ, ਉਹ ਚੀਜ਼ ਨੂੰ ਪ੍ਰੋਹਿਬਿਟ ਕਰਨਾ ਹੈ, ਰੋਕਣਾ ਹੈ ਪੂਰੀ ਦੁਨੀਆ ਦੇ ਵਿੱਚ। So it prohibits any nuclear weapon test explosion or any other nuclear explosion anywhere in the world. So this was all about our lecture on international organization. I hope you liked the video. Please do subscribe to my channel. Thank you and good luck.